ਇਹ ਤਾਂ ਅੱਜ ਬੰਦੇ ਦਾ ਵੀ ਇਹੀ ਹਾਲ ਹੈ। ਖਾਣਾ ਇਦਾਂ ਦਾ ਚਾਹੀਦਾ ਹੈ, ਕੱਪੜਾ ਇਦਾਂ ਦਾ ਚਾਹੀਦਾ ਹੈ, ਗੱਡੀ ਇਦਾਂ ਦੀ ਚਾਹੀਦੀ, ਘਰ ਇਦਾਂ ਦਾ ਚਾਹੀਦਾ। ਉਹ ਠੀਕ ਹੈ, ਜ਼ਰੂਰਤਾਂ ਹੈ ਸਾਡੀਆਂ, ਇਹ ਜ਼ਰੂਰਤਾਂ ਹੈ, ਪਰ ਮੰਜ਼ਿਲ ਨਹੀਂ ਹੈ। ਮੰਜ਼ਿਲ ਤਾਂ ਸਾਡੀ ਉਹ ਪ੍ਰਮਾਤਮਾ ਹੈ। ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੋ। ਸਮਝਦੇ ਹੋ ਕਿ ਨਹੀਂ? ਜਿੱਦਾਂ ਫਰਜ਼ ਕਰੋ ਬੰਦੇ ਨੂੰ ਪਤਾ ਮੈਂ 에ਅਰਪੋਰਟ ਤੇ ਜਾਣਾ ਹੈ, ਮੇਰੀ ਮੰਜ਼ਿਲ 에ਅਰਪੋਰਟ ਹੈ, ਪਰ ਰਸਤੇ 'ਚ ਮੈਂ ਢਾਬੇ ਤੇ ਰੁਕ ਕੇ ਖਾਣਾ ਖਾਂਦਾ, ਮੇਰੀ ਜ਼ਰੂਰਤ ਹੈ। ਭੁੱਖ ਲੱਗੀ ਹੈ ਤਾਂ ਮੇਰੀ ਜ਼ਰੂਰਤ ਹੈ। ਰਸਤੇ 'ਚ ਮੈਂ ਚਾਹ ਪੀਂਦਾ, ਮੇਰੀ ਜ਼ਰੂਰਤ ਹੈ। ਜ਼ਰੂਰਤਾਂ ਪੂਰੀਆਂ ਕਰਨੀਆਂ ਹੈ, ਪਰ ਮੰਜ਼ਿਲ ਨੂੰ ਯਾਦ ਰੱਖਣਾ ਕਿ ਆਪਣੀ ਮੰਜ਼ਿਲ ਵੱਲ ਕਦਮ ਵਧਾਉਂਦੇ ਤਾਂ ਫਿਰ ਸਾਡੇ ਜੀਵਨ 'ਚ ਖੁਸ਼ੀ ਵੀ ਆਉਂਦੀ ਹੈ, ਫਿਰ ਸਾਡੇ ਜੀਵਨ 'ਚ ਸਫਲਤਾ ਵੀ ਆਉਂਦੀ ਹੈ। ਔਰ ਇੱਕ ਗੱਲ ਅਸੀਂ ਫਿਰ ਕਹਿਣੀ ਚਾਹਾਂਗੇ, ਅੱਜ ਇਨਸਾਨ ਅਗਰ ਜੀਵਨ 'ਚ ਕਾਮਯਾਬੀ ਸਫਲਤਾ ਹਾਸਲ ਕਰਨਾ ਚਾਹੁੰਦਾ ਨਾ, ਚਾਹੇ ਕਾਰੋਬਾਰ ਵਿੱਚ ਚਾਹੇ ਕਿਸੇ ਪਾਸੇ ਵੀ, ਤਾਂ ਯਾਦ ਰੱਖੋ ਕਾਮਯਾਬੀ ਸਫਲਤਾ ਕਾਰੋਬਾਰ 'ਚ ਮਿਲਣੀ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਇਨਸਾਨ ਉਹਨੂੰ ਯਾਦ ਕਰਨਾ ਸ਼ੁਰੂ ਕਰ ਦਿੰਦਾ ਹੈ। ਕਿਉਂਕਿ એનર્ਜੀ, ਸ਼ਕਤੀ, ਤਾਕਤ, ਹਿੰਮਤ, ਹੌਸਲਾ ਸਭ ਕੁਝ ਉਹਦੇ ਵੱਲੋਂ ਤਾਂ ਮਿਲਦਾ ਹੈ। ਇਸੇ ਤਰ੍ਹਾਂ ਗੁਰੂ ਰਹਿਬਰ ਵੀ ਬਾਰ-ਬਾਰ ਯਾਦ ਦਿਲਾਉਂਦੇ ਹੈ ਕਿ ਭਾਈ ਆਪਣੇ ਜੀਵਨ 'ਚੋਂ ਦੁੱਖਾਂ ਦਾ ਅੰਧੇਰਾ ਦੂਰ ਕਰਨਾ ਹੈ, ਖੁਸ਼ੀਆਂ ਦੀ ਰੌਸ਼ਨੀ ਨਾਲ ਆਪਣੇ ਜੀਵਨ ਨੂੰ ਜਗਮਗਾਉਣਾ ਹੈ, ਤਾਂ ਤੈਨੂੰ ਵੀ ਬੰਦਗੀ ਦਾ ਤੇਲ ਲੈਣਾ। ਉਹ ਬਾਰ-ਬਾਰ ਯਾਦ ਕਰਾਉਂਦੇ ਹੈ ਕਿ ਅਗਰ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਹੈ ਤਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ। ਜਿੱਦਾਂ ਦੇਖੋ ਅਜਮੇਰ ਵਾਲੇ ਖਵਾਜਾ ਮਈਨੁਦੀਨ ਚਿਸ਼ਤੀ ਨੇ, ਉਹਨਾਂ ਨੇ ਵੀ ਆਪਣੇ ਕਲਾਮ 'ਚ ਇੱਕ ਜਗ੍ਹਾ ਦੱਸਿਆ ਹੈ ਕਿ ਐ ਮੁਈਨ ਜੇ ਰੱਬ ਨੂੰ ਪਾਣਾ ਫਕਰਾਂ ਦੀ ਮਹਿਫਿਲ ਆ। ਕਹਿੰਦੇ ਐ ਮੁਈਨ ਜੇ ਰੱਬ ਨੂੰ ਪਾਣਾ ਫਕਰਾਂ ਦੀ ਮਹਿਫਿਲ ਆ, ਤੈਨੂੰ ਰੱਬ ਦੇ ਇਸ਼ਕ ਦਾ ਪਿਆਲਾ ਜਿਹੜੇ ਦੇਣ ਪਿਲਾ। ਕਹਿੰਦੇ ਉਹਨਾਂ ਫਕੀਰਾਂ ਦੀ ਮਹਿਫਿਲ ਵਿੱਚ ਆ ਕੇ ਬੈਠ ਜਿਹੜੇ ਤੈਨੂੰ ਰੱਬ ਦੇ ਇਸ਼ਕ ਦਾ ਪਿਆਲਾ ਪਿਲਾ ਦੇਣ। ਹੁਣ ਇੱਥੇ ਇਸ਼ਕ ਦੇ ਪਿਆਲੇ ਦੀ ਗੱਲ ਕੀਤੀ ਹੈ, ਨਾਮ ਦੇ ਪਿਆਲੇ ਦੀ ਗੱਲ ਨਹੀਂ ਕੀਤੀ ਉਹਨਾਂ ਨੇ। ਕਿਉਂਕਿ ਇਹ ਗੱਲ ਯਾਦ ਰੱਖਣਾ ਕਿ ਜਦੋਂ ਇਸ਼ਕ ਦਾ ਪਿਆਲਾ ਇਨਸਾਨ ਪੀ ਲੈਂਦਾ ਹੈ ਤਾਂ ਜਿਹਦੇ ਨਾਲ ਇਸ਼ਕ ਹੁੰਦਾ ਉਹਦਾ ਨਾਮ ਤਾਂ ਫਿਰ ਆਪਣੇ ਆਪ ਹੀ ਚੱਲਣਾ ਸ਼ੁਰੂ ਹੋ ਜਾਂਦਾ ਕਿ ਨਹੀਂ? ਕਿਉਂਕਿ ਜਿਹਦੇ ਨਾਲ ਪਿਆਰ ਹੋਵੇ ਤਾਂ ਹੁਣ ਬੰਦਾ ਕਵੇ ਲੈ ਵੀ ਨਾਮ ਜਪ, ਪਰ ਜੇ ਅੰਦਰ ਪਿਆਰ ਹੀ ਨਾ ਹੋਵੇ ਤਾਂ ਬੰਦੇ ਨੇ ਨਾਮ ਵੀ ਕੀ ਜਪਣਾ ਹੈ। ਤਾਂ ਜੇ ਅੰਦਰ ਇਸ਼ਕ ਹੋਵੇ ਤਾਂ ਫਿਰ ਕੋਈ ਰੋਕ ਵੀ ਲਵੇ ਨਾ, ਜਿੱਦਾਂ ਮੀਰਾ ਨੂੰ ਰੋਕਿਆ, ਪਰ ਮੀਰਾ ਦਾ ਇਸ਼ਕ ਰੁਕਿਆ ਨਹੀਂ। ਦੇਖੋ ਜ਼ਹਿਰ ਦੇ ਪਿਆਲੇ ਵੀ ਪੀ ਲਏ ਪਰ ਪ੍ਰੇਮ ਉਹ ਤਾਰ ਨਹੀਂ ਟੁੱਟੀ। ਕਿਉਂਕਿ ਜਦੋਂ ਅੰਦਰ ਪ੍ਰੇਮ ਹੋਵੇ ਤਾਂ ਦੁਨੀਆ ਲੱਖ ਰੁਕਾਵਟਾਂ ਖੜੀਆਂ ਕਰ ਲਵੇ, ਫਿਰ ਵੀ ਬੰਦਾ ਰੁਕਦਾ ਨਹੀਂ ਹੈ। ਤੇ ਜੇ ਅੰਦਰ ਪ੍ਰੇਮ ਹੀ ਨਾ ਹੋਵੇ ਔਰ ਬੰਦਾ ਜ਼ੁਬਾਨ ਤੋਂ ਨਾਮ ਲਈ ਜਾਵੇ ਤਾਂ ਫਾਰਮੈਲਿਟੀ ਹੁੰਦੀ ਹੈ। ਫਾਰਮੈਲਿਟੀ ਦਾ ਮਤਲਬ ਸਮਝਦੇ ਹੋ ਨਾ ਤੁਸੀਂ? ਉਹਦਾ ਦਿਖਾਵਾ ਜਿਹਾ ਹੁੰਦਾ ਹੈ। ਇਸ ਲਈ ਜਦੋਂ ਅੰਦਰ ਇਸ਼ਕ ਹੋਵੇ ਤਾਂ ਫਿਰ ਜੋ ਹੁੰਦਾ ਹੈ ਰੂਹ ਤੋਂ ਹੁੰਦਾ ਹੈ, ਜੋ ਹੁੰਦਾ ਦਿਲ ਤੋਂ ਹੁੰਦਾ ਹੈ। ਔਰ ਜਿਹੜੀ ਚੀਜ਼ ਦਿਲ ਤੋਂ ਹੋਵੇ ਉਹੀ ਸਾਨੂੰ ਰੱਬ ਤੱਕ ਲੈ ਕੇ ਜਾਂਦੀ ਹੈ। ਇਸ ਲਈ ਸ਼੍ਰੀ ਕ੍ਰਿਸ਼ਨ ਨੇ ਵੀ ਜਿਹੜੀ ਆਦਤ ਦੀ ਗੱਲ ਕੀਤੀ ਕਿ 5 ਗੁਣ, 5 ਆਦਤਾਂ ਸਾਡੇ ਅੰਦਰ ਹੋਣੀਆਂ ਚਾਹੀਦੀਆਂ ਹੈ। ਸੋ ਪਹਿਲੀ ਆਦਤ ਉਹਨਾਂ ਨੇ ਵੀ ਇਹੀ ਕਿਹਾ। ਕਿਹੜੀ ਆਦਤ ਹੋਣੀ ਚਾਹੀਦੀ ਪਹਿਲੀ? ਦੇਖੀਏ ਯਾਦ ਹੈ ਕਿ ਨਹੀਂ ਤੁਹਾਨੂੰ? ਸਾਧੂ ਸੰਗ, ਸੰਤਾਂ ਦੀ ਸੰਗਤ। ਕਿਉਂਕਿ ਸਾਧੂ ਸੰਗ ਕਿਉਂ? ਇਹ ਗੱਲ ਹਮੇਸ਼ਾ ਯਾਦ ਰੱਖਣਾ। ਸੰਤਾਂ ਦੀ ਸੋਭਤ ਕਿਉਂ ਕਰਨ ਨੂੰ ਕਿਹਾ ਜਾਂਦਾ ਹੈ? ਕਿਉਂਕਿ ਸੰਤਾਂ ਦੀ ਸੋਭਤ 'ਚ ਹੀ ਸਾਨੂੰ ਅੱਛੇ ਵਿਚਾਰ ਮਿਲਦੇ ਆ। ਔਰ ਇਹ ਗੱਲ ਯਾਦ ਰੱਖਣਾ ਕਿ ਜਿੱਦਾਂ ਦੇ ਸਾਡੇ ਵਿਚਾਰ ਹੁੰਦੇ ਆ ਵੈਸਾ ਹੀ ਸਾਡਾ ਜੀਵਨ ਬਣਦਾ ਚਲਾ ਜਾਂਦਾ ਹੈ। ਅਗਰ ਸਾਡੇ ਅੰਦਰ ਨੈਗੇਟਿਵ ਵਿਚਾਰ ਚੱਲਦੇ ਆ ਤਾਂ ਸਾਡਾ ਜੀਵਨ ਨੈਗੇਟਿਵ ਹੁੰਦਾ ਹੈ। ਯਾਨੀ ਅਗਰ ਬੁਰੇ ਵਿਚਾਰ ਹੁੰਦੇ ਸਾਡਾ ਜੀਵਨ ਵੀ, ਕਹਿ ਦਿਓ ਹੁਣ ਤੁਸੀਂ ਕਹਿਣਾ ਜੀ ਉਹ ਕਿਦਾਂ, ਤੇ ਇਹਦਾ ਅਸਰ ਹੈ। ਅਸੀਂ ਇੱਥੇ ਕਲੀਅਰ ਕਰਨਾ ਚਾਹਾਂਗੇ ਕਿ ਹਰ ਚੀਜ਼ ਜੋ ਵੀ ਹੈ ਨਾ, ਫਰਜ਼ ਕਰੋ ਟੈਂਟ ਬਣਿਆ ਹੈ, ਆ ਪੱਖੇ ਚੱਲ ਰਹੇ ਆ, ਆ ਸਾਊਂਡ ਬਣੀ ਹੈ, ਇਹ ਹਰ ਚੀਜ਼ ਕਿੱਥੋਂ ਬਣਦੀ ਹੈ? ਵਿਚਾਰ ਤੋਂ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਘਰ 'ਚ ਅਸੀਂ ਕਈ ਵਾਰ ਦੱਸਿਆ ਸਬਜ਼ੀ ਵੀ ਬਣਾਉਣੀ ਹੋਵੇ ਤਾਂ ਸਬਜ਼ੀ ਸਿੱਧੀ ਨਹੀਂ ਬਣਦੀ, ਪਹਿਲਾਂ ਵਿਚਾਰ ਆਉਂਦਾ ਹੈ ਕਿ ਅੱਜ ਕੀ ਬਣਾਉਣਾ ਹੈ। ਆਉਂਦਾ ਕਿ ਨਹੀਂ? ਔਰ ਜੇ ਇੱਥੇ ਵੀ ਤੁਸੀਂ ਆਏ ਹੋ ਨਾ, ਬੈਠੇ ਹੋ, ਤਾਂ ਵਿਚਾਰ ਆਇਆ ਪਹਿਲਾਂ ਕਿ ਅੱਜ ਸਤਸੰਗ ਵਿੱਚ ਮੈਂ ਪਹਿਲਾ ਵਿਚਾਰ ਆਇਆ ਤਾਂ ਫਿਰ ਤੁਹਾਡੇ ਬੋਡੀ ਨੇ ਐਕਸ਼ਨ ਲਿਆ। ਪਹਿਲਾਂ ਵਿਚਾਰ ਫਿਰ ਕਰਮ। ਔਰ ਕੋਈ ਵੀ ਕਰਮ ਇਦਾਂ ਦਾ ਨਹੀਂ ਹੁੰਦਾ ਜਿੱਥੇ ਵਿਚਾਰ ਨਾ ਹੋਵੇ। ਜੇ ਬੰਦੇ ਨੇ ਠੇਕੇ ਤੱਕ ਵੀ ਜਾਣਾ ਨਾ, ਪਹਿਲਾਂ ਵਿਚਾਰੋ ਚਲੋ ਯਾਰ ਅੱਜ ਠੇਕੇ ਚੱਲੀਏ, ਯਾਨੀ ਉਹ ਵਿਚਾਰ ਬੁਰਾ ਹੈ। ਹੁਣ ਸਾਡੇ ਅਗਰ ਵਿਚਾਰ ਬੁਰੇ ਆ, ਹੁਣ ਬੁਰਾ ਮਤਲਬ ਅਗਰ ਵਿਚਾਰ ਆ ਗਿਆ ਕਿ ਮੈਂ ਠੇਕੇ ਜਾਣਾ ਹੈ ਤਾਂ ਬੁਰਾ ਵਿਚਾਰ ਹੈ ਜੋ ਸਾਡੀ ਜ਼ਿੰਦਗੀ ਨੂੰ ਬਰਬਾਦੀ ਤਰਫ ਲੈ ਜਾਏਗਾ। ਔਰ ਅਗਰ ਵਿਚਾਰ ਆ ਗਿਆ ਗੁਰੂ ਘਰ 'ਚ ਮੱਥਾ ਟੇਕ ਕੇ ਆਉਂਦੇ ਆ ਤਾਂ ਚੰਗਾ ਵਿਚਾਰ ਹੈ ਜੋ ਸਾਡੀ ਜ਼ਿੰਦਗੀ ਨੂੰ ਚੰਗੇ ਪਾਸੇ ਲੈ ਜਾਏਗਾ। ਇਸ ਲਈ ਅਗਰ ਸਾਡੇ ਵਿਚਾਰ ਬੁਰੇ ਹੈ ਤਾਂ ਸਾਡਾ ਜੀਵਨ ਬੁਰਾ ਹੁੰਦਾ ਚਲਾ ਜਾਂਦਾ। ਅਗਰ ਸਾਡੇ ਵਿਚਾਰ ਅੱਛੇ ਹੈ ਤਾਂ ਸਾਡਾ ਜੀਵਨ ਅੱਛਾ। ਹੁਣ ਜੇ ਬੰਦੇ ਨੇ ਵਿਚਾਰ ਕਰ ਲਿਆ ਕਿ ਮੈਂ ਨਸ਼ਾ ਛੱਡਣਾ ਹੈ, ਚੰਗਾ ਵਿਚਾਰ ਹੈ। ਔਰ ਜਦੋਂ ਸਾਧੂ ਸੰਗ ਵਿੱਚ ਬੰਦਾ ਬਹਿੰਦਾ ਤਾਂ ਇਦਾਂ ਦੇ ਵਿਚਾਰ ਉੱਥੇ ਹੀ ਕਹਿ ਦਿਓ ਕਿ ਭਾਈ ਨਸ਼ਿਆਂ ਦਾ ਤਿਆਗ ਕਰੋ, ਬੁਰੀਆਂ ਆਦਤਾਂ ਦਾ ਤਿਆਗ ਕਰੋ। क्योंकि गल याद रखना हमेशा, कहते कि बुरी आदतों को खत्म करना, गलतियों से सीखना और सद्गुणों को विकसित करना ही
ਜੀਵਨ ਹੈ। ਕਹਿੰਦੇ ਜੀਵਨ ਦਾ ਮਤਲਬ ਕੀ ਹੈ, ਸਫਲ ਜੀਵਨ ਦਾ ਰਾਜ ਕੀ ਹੈ? ਕਿ ਆਪਣੀਆਂ ਬੁਰੀਆਂ ਆਦਤਾਂ ਨੂੰ ਖਤਮ ਕਰਨਾ, ਆਪਣੀਆਂ ਗਲਤੀਆਂ ਤੋਂ ਸਿੱਖਣਾ। ਸਮਝਦੇ ਹੋ ਕਿ ਨਹੀਂ? ਗਲਤੀ ਹਰ ਇਨਸਾਨ ਤੋਂ ਹੁੰਦੀ ਹੈ, ਪਰ ਜਿਹੜਾ ਇਨਸਾਨ ਗਲਤੀ ਤੋਂ ਸਿੱਖ ਕੇ ਅੱਗੇ ਵੱਧ ਜਾਂਦਾ ਹੈ ਉਹ ਸਮਝਦਾਰ ਹੈ। ਤਾਂ ਜਿਹੜਾ ਉਹੀ ਗਲਤੀ ਬਾਰ-ਬਾਰ ਦੁਹਰਾਉਂਦਾ ਹੈ ਉਹਨੂੰ ਅਸੀਂ ਕੀ ਕਹਾਂਗੇ? ਨਾ ਸਮਝ। समझते हो कि नहीं? ताही कहते बुरी आदतों को खत्म करना, गलतियों से सीखना और सद्गुणों को विकसित करना ही सफल जीवन का राज है। सफल जीवन का राज की है? अगर जीवन च सफल होना है तो यह राज दसिया है कि सब तो पहला अपने जीवन दी कमियां नूं समझो, बुरी आदतां नूं समझो कि मेरे अंदर किहड़ी-किहड़ी बुरी आदत है। क्योंकि हरेक नूं अपनी आदत दा कह दिओ पता हुंदा है। हुण कई बार देखे ना बच्चे जे बुरा काम करते हैं, कोई सिगरट पींदा है तो उन्हें माँ बाप तो लुको के करना, माँ बाप को लगना साडे बच्चे को कोई आदत नहीं, पर उन्होंने पता कि मैं किहड़ा काम लुक के। इसलिए जे सानू पता मेरे अंदर बुरी आदत है तो जे मैं सफल जीवन चाहता हाँ तो सब तो पहला मैनू अपनी बुरी आदत नूं खत्म करना पैना। क्योंकि ये बुरी आदत जे मैं लुक के भी करदा हाँ तो नुकसान किसी होर दा नहीं हुंदा, ये नुकसान मेरा ही हो रहा है। तो जे मैं अपने आप को बेहतर बनाना है, सफल करना, तो मैनू ही अपनी आदत को खत्म। ताही तो चाणक्य ने भी गल कही है ना कि इससे पहले कि तुम्हारी बुरी आदतें तुम्हें खत्म कर दे तुम खुद ही उनको खत्म कर दो। क्योंकि बुरियां आदतें तेरी जान ले लेन, बुरियां आदतें जान लैंदियां कि नहीं? हुण कोई जिद्दां हुण देखिया कि किसी नूं लड़ाई झगड़े की, किसी नूं गाली गलोच की, किसी नूं नशे की आदत हुंदी तो किहदा नुकसान हुंदा उहदे च? जरा आप सोच के देखो, क्योंकि तुसीं आप इस चीज़ ते विचार कर सकते हो कि बुरियां आदतां साडी जान लैण, बुरियां आदतां सानूं खत्म करन, उस तो पहला ही इन्हां बुरियां आदतां नूं असीं खत्म कर दईए। इसलिए सफल जीवन का राज यही है कि जिहड़ी आदत मैनूं पता ना कि यह आदत बुरी है, ये आदत मेरी हैल्थ वास्ते ठीक नहीं है। क्योंकि तुसीं सफल होना चाहते हो तो फिर चैक करोगे कि जो मेरी आदत है मैनू मेरी मंजिल वाल लैके जाने वाली है या मेरी मंजिल तो दूर करने वाली है। हुण हर कोई खुशी चाहता है, हर कोई तंदुरुस्ती चाहता है, पर आदत की हुंदी है? आदत बुरा खान पान दी। समझते हो कि नहीं? आदत हुंदी रात नूं लेट सोना तो सवेर नूं लेट उठना। हुण जे आदत बुरी है तो फिर सानू साडी इच्छा है तंदुरुस्ती नूं पाण दी, यानी साडी मंजिल है तंदुरुस्ती, पर आदत साडी बुरी है तो कदी सानू तंदुरुस्ती तक लैके। जे हुण सानू तंदुरुस्ती रूपी मंजिल चाहिदी है तो सानू आदत भी वैसी ही कह दिओ। जे जीवन च सफलता चाहिदी है तो सानू आदतां भी वैसियां बनाणियां पैणियां है। जे असीं रब नूं भी पाना तो सानू उहदे वास्ते भी, क्योंकि हर चीज़ पाई जा सकती है पर उहदे मुताबिक सानू चलना भी। समझदे हो कि नहीं? इस करके अपनी बुरी आदतों को खत्म करना, गलतियों से सीखना और सद्गुणों को विकसित करना ही सफल जीवन का राज है। कि इसलिए हुण चेक करो, जे जीवन च सफल होना चाहते हैं तो सब तो पहला अपनी बुरियां आदतों नूं जाणीए, समझिए, उन्होंने पर्दे ना पाइए। ये गल पहली गल याद रखनी है, नहीं तो बंदा कहता मेरे च है नहीं कोई बुरी आदत, पर उन्होंने पता मैं बुरा करदा हां। तो जे पर्दे भी पाएगा तो फिर नुकसान किहदा होएगा? जवाब दे दिओ। क्योंकि अपनियां कमियां ते पर्दे पावांगे तो फिर कदी असीं सफल बेहतर हो ही नहीं पावांगे। हुण फर्ज करो कि गड्डी बंदा खरीददा है, अगर गड्डी दे इंजन में कोई कमी है और बंदा पर्दा पाई जावे, ਉਹਦਾ ਸੁਧਾਰ ਨਾ ਕਰੇ ਤਾਂ ਫਿਰ ਗੱਡੀ ਕਿੰਨੇ ਕੁ ਦਿਨ ਚੱਲੇਗੀ? ਆਪੇ ਜਵਾਬ ਦੇ ਦਿਓ। ਹੁਣ ਬੰਦੇ ਨੂੰ ਪਤਾ ਜੇ ਕਿ ਗੜਬੜ ਹੈ ਤੈਨੂੰ ਜਿੰਨੀ ਜਲਦੀ ਹੋ ਸਕੇ ਠੀਕ ਕਰ ਲਵਾਂ, ਕਿਉਂਕਿ ਗੱਡੀ ਦਾ ਇੰਜਨ ਠੀਕ ਹੋਏਗਾ ਤਾਂ ਫੇਰ ਹੀ ਲੌਂਗ ਡਰਾਈਵ ਇਹ ਦੂਰ ਤੱਕ ਮੈਨੂੰ ਲੈ ਕੇ ਜਾਏਗੀ, ਫੇਰ ਹੀ ਮੈਂ ਉਸ ਮੰਜ਼ਿਲ ਤੱਕ ਪਹੁੰਚ ਸਕਦਾ ਜਿੱਥੇ ਮੈਂ ਜਾਣਾ ਚਾਹੁੰਦਾ ਹਾਂ। ਤਾਂ ਜੇ ਗੱਡੀ ਦੇ ਇੰਜਨ 'ਚ ਪ੍ਰੋਬਲਮ ਹੈ ਪਰ ਮੈਂ ਪਰਦਾ ਹੀ ਪਾਈ ਜਾਵਾਂ ਤਾਂ ਫਿਰ ਗੱਡੀ ਰਸਤੇ 'ਚ ਖਰਾਬ ਹੋ ਜਾਏਗੀ, ਤਾਂ ਕਦੀ ਮੈਨੂੰ ਮੇਰੀ ਮੰਜ਼ਿਲ ਤੱਕ। इसी तरह ये जे जीवन एक गड्डी की तरह है तो बुरियां आदतां वो खराबी है, जिन्हों जिन्नी जल्दी ठीक कर लवांगे उन्नी जल्दी असीं मंजिल तक। समझ दो, इसलिए बुरी आदतों को खत्म करना और गलतियों से कह दियो। इसलिए ये गलती जीवन च हो जावे तो कोई नहीं इंसान है। समझ दो कि नहीं? क्योंकि जिद्दां कहंदे तेरे गिरने में भी तेरी हार नहीं, वो तू आदमी है अवतार नहीं। कि गलतियां तो अवतारां तो भी हो गई। समझते हो कि नहीं? तू तो फिर इंसान है। जे गिर भी जावे तो यह ना कि मैं हार गया, यह ना कि मेरी बस हो गई, बल्कि समझदार इंसान ना जे गिर भी जावे तो दोबारा फिर उठ के कोशिश करता है।
ਜੇ ਗਲਤੀ ਹੋ ਵੀ ਜਾਵੇ ਤਾਂ ਫਿਰ ਇੱਥੇ ਗੱਲ ਫਿਰ ਕਵਾਂਗੇ, ਅਗਰ ਗਲਤੀ ਹੋ ਜਾਵੇ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਆਪਣੇ ਆਪ ਨੂੰ ਕੋਸਣ ਦੀ ਲੋੜ ਨਹੀਂ ਹੈ, ਬਲਕਿ ਉਹ ਗਲਤੀ ਨੂੰ ਸਬਕ ਸਮਝ ਕੇ ਸਿੱਖੀਏ ਔਰ ਫਿਰ ਦੁਬਾਰਾ ਕਸਮ ਖਾਈਏ ਮੁੜ ਕੇ ਗਲਤੀ ਨਹੀਂ ਦੋਹਰਾਣੀ ਔਰ ਅੱਗੇ ਵੱਧ ਜਾਈਏ। ਸਮਝਦੇ ਹੋ ਕਿ ਨਹੀਂ? ਉਹਨੂੰ ਕਹਿੰਦੇ ਸਮਝਦਾਰੀ। ਇਸ ਲਈ ਗਲਤੀਆਂ ਤੋਂ ਸਿੱਖਣਾ ਇਹ ਇਨਸਾਨ ਦਾ ਕੰਮ ਹੈ। ਔਰ ਅਗਰ ਸਾਡੇ ਅੰਦਰ ਕੋਈ ਸਦਗੁਣ ਹੈ ਜਾਂ ਨਹੀਂ ਹੈ ਸਦਗੁਣ, ਤਾਂ ਆਪਣੇ ਅੰਦਰਲੇ ਸਦਗੁਣਾਂ ਨੂੰ ਵਿਕਸਿਤ ਕਰਨਾ ਹੈ, ਯਾਨੀ ਆਪਣੇ ਅੰਦਰ ਅੱਛਾਈ ਵਧਾਣੀ ਹੈ। ਜਿਹਦਾ ਫਰਜ਼ ਕਰੋ ਬੰਦੇ ਨੂੰ ਹੁੰਦਾ ਹੈ ਕਿ ਬਈ ਮੇਰੀ ਜ਼ੁਬਾਨ ਤੋਂ ਗਾਲ ਬਹੁਤ ਨਿਕਲਦੀ ਹੈ, ਮੈਨੂੰ ਨਿੰਦਿਆ ਕਰਨ ਦੀ ਆਦਤ ਹੈ, ਹੁਣ ਇਹ ਬੁਰੀ ਆਦਤ ਇਹਨੂੰ ਛੱਡੀਏ ਤਾਂ ਚੰਗੀ ਆਦਤ ਨੂੰ ਵਿਕਸਿਤ ਕਰਨ ਦਾ ਮਤਲਬ ਹੈ ਕਿ ਆਪਣੀ ਜ਼ੁਬਾਨ ਤੇ ਮਿਠਾਸ ਲਿਆਈਏ, ਆਪਣੀ ਜ਼ੁਬਾਨ ਤੇ ਰੱਬ ਦਾ ਨਾਮ ਲਿਆਈਏ, ਆਪਣੀ ਜ਼ੁਬਾਨ ਤੋਂ ਚੰਗਾ ਬੋਲਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਇਹਦੇ ਨਾਲ ਕੀ ਹੋਏਗਾ, ਬੁਰੀ ਆਦਤ ਖਤਮ ਹੋ ਗਈ, ਚੰਗੀ ਆਦਤ ਆ ਗਈ। ਤਾਂ ਆਪ ਸੋਚ ਕੇ ਦੇਖੋ, ਜਦੋਂ ਤੁਸੀਂ ਚੰਗਾ ਬੋਲੂਗੇ, ਮਿੱਠਾ ਬੋਲੂਗੇ, ਪਿਆਰ ਨਾਲ ਬੋਲੂਗੇ ਤਾਂ ਲੋਕਾਂ ਦੇ ਦਿਲ ਜਿੱਤਦੇ ਚਲੇ ਜਾਓਗੇ, ਔਰ ਜਿੰਨਾ ਲੋਕਾਂ ਦੇ ਦਿਲ ਜਿੱਤਦੇ ਚਲੇ ਜਾਓਗੇ ਤੁਸੀਂ ਜੀਵਨ 'ਚ ਕਾਮਯਾਬ ਵੀ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਬੜੀਆਂ ਬੜੀਆਂ ਕੰਪਨੀਆਂ ਵਾਲੇ ਜਿਨ੍ਹਾਂ ਨੇ ਸੇਲਜ਼ਮੈਨ ਜਾਂ ਸੇਲਜ਼ ਗਰਲ ਰੱਖੀਆਂ ਹੁੰਦੀਆਂ ਨਾ, ਤੁਸੀਂ ਦੇਖਦੇ ਹੋ ਕਿ ਕੋਈ ਕਾਲ ਕਰਦੇ ਹੋ ਤੁਸੀਂ ਕਿਸੇ ਮੋਬਾਈਲ ਕੰਪਨੀ ਨੂੰ, ਅੱਗੇ ਜਿਹੜੇ ਬੋਲਣ ਵਾਲੇ ਤੁਸੀਂ ਗਾਲ ਵੀ ਕੱਢਦੇ ਹੋ ਉਹਨਾਂ ਨੂੰ, ਪਰ ਉਹਨਾਂ ਨੇ ਮਿੱਠਾ ਹੀ ਬੋਲਣਾ ਹੈ, ਉਹ ਤੁਹਾਨੂੰ ਸਰ ਕਹਿ ਕੇ ਹੀ ਬੁਲਾਣਗੇ, ਕਿਉਂਕਿ ਸਭ ਤੋਂ ਪਹਿਲਾਂ ਟ੍ਰੇਨਿੰਗ ਹੀ ਉਹਨਾਂ ਨੂੰ ਇਹ ਦਿੱਤੀ ਜਾਂਦੀ ਕਿ ਤੁਹਾਡੀ ਜ਼ੁਬਾਨ ਤੋਂ ਕੋਈ ਇਦਾਂ ਦਾ ਵਰਡ ਨਹੀਂ ਨਿਕਲਣਾ ਚਾਹੀਦਾ ਜਿੰਨਾ ਕਸਟਮਰ ਨੂੰ ਕੋਈ ਤਕਲੀਫ, ਕਿਉਂਕਿ ਜਿਹੜਾ ਬੁਰਾ ਬੋਲੇਗਾ ਉਹਦੇ ਨਾਲੋਂ ਬੰਦਾ ਟੁੱਟ ਜਾਂਦਾ ਹੈ। ਉਹ ਆਪ ਤਾਂ ਟੁੱਟਦਾ ਹੀ ਹੈ, ਦਸਾਂ ਨੂੰ ਵੀ ਦੱਸਦਾ ਹੈ ਭਾਈ ਆਹ ਕੰਪਨੀ ਬੜੀ ਮਾੜੀ ਹੈ, ਟੁੱਟੋ ਇਹਦੇ ਨਾਲੋਂ, ਇਹ ਠੀਕ ਨਹੀਂ ਹੈ, ਇਹਨਾਂ ਨੂੰ ਬੋਲਣ ਦਾ ਢੰਗ ਨਹੀਂ ਆਉਂਦਾ। ਸਮਝ ਆ ਰਹੀ ਕਿ ਨਹੀਂ ਸਾਡੀ ਗੱਲ? ਇਸ ਲਈ ਸਫਲ ਕਿਹਨੂੰ ਮੰਨਿਆ ਜਾਂਦਾ ਹੈ? ਜਿਹੜਾ ਜਿੰਨਾ ਜ਼ਿਆਦਾ ਦਿਲਾਂ ਨੂੰ ਜਿੱਤ ਲੈਂਦਾ ਉਨਾ ਹੀ ਜ਼ਿਆਦਾ ਸਫਲ। ਤਾਂ ਕਿਸੇ ਦੇ ਦਿਲਾਂ ਨੂੰ ਕਿੱਦਾਂ ਜਿੱਤਿਆ ਜਾਂਦਾ ਹੈ ਤੁਸੀਂ ਆਪ ਸੋਚੋ। ਤੁਹਾਨੂੰ ਇੱਕ ਸਵਾਲ ਪੁੱਛੀਏ, ਕੋਈ ਤੁਹਾਡੇ ਨਾਲ ਨਫ਼ਰਤ ਕਰੇ, ਤੁਹਾਨੂੰ ਬੁਰਾ ਬੋਲੇ, ਤੁਹਾਡੀ ਨਿੰਦਿਆ ਕਰੇ, ਕ੍ਰੋਧ ਨਾ ਬੋਲੇ, ਗਾਲੀ ਦੇਵੇ ਜਾਂ ਇੱਜ਼ਤ ਨਾ ਕਰੇ, ਤਾਂ ਤੁਸੀਂ ਉਹਦੇ ਨਾਲ ਜੁੜ ਜਾਓਗੇ? ਜੁੜਨਾ ਪਸੰਦ ਕਰੋਗੇ ਤੁਸੀਂ? ਤਾਂ ਜੇ ਕੋਈ ਤੁਹਾਨੂੰ ਪਿਆਰ ਨਾ ਬੁਲਾਵੇ, ਤੁਹਾਡੀ ਰਿਸਪੈਕਟ ਕਰੇ, ਇੱਜ਼ਤ ਕਰੇ, ਤਾਂ ਫਿਰ ਆਪਣੇ ਆਪ ਹੀ ਦਿਲ ਹੁੰਦਾ ਕਿ ਨਹੀਂ? ਲੈ ਵੀ ਬੰਦੇ ਨੂੰ ਬੋਲਣ ਦੀ ਸੈਂਸ ਦੇਖੋ। ਹੁਣ ਇਹੀ ਗੱਲ ਤੁਸੀਂ ਆਪਣੇ ਦਿਮਾਗ 'ਚ ਬਿਠਾਣੀ ਹੈ ਕਿ ਅਗਰ ਅਸੀਂ ਚਾਹੁੰਦੇ ਹਾਂ ਜੀਵਨ 'ਚ ਖੁਸ਼ ਹੋਣਾ, ਕਾਮਯਾਬ ਹੋਣਾ, ਤਾਂ ਫਿਰ ਅਸੀਂ ਦੂਜਿਆਂ ਦੀ ਰਿਸਪੈਕਟ ਕਰੀਏ, ਦੂਜਿਆਂ ਨੂੰ ਪਿਆਰ ਨਾਲ ਬੁਲਾਈਏ, ਦੂਜਿਆਂ ਨੂੰ ਰਿਸਪੈਕਟਫੁਲੀ ਮਿਲੀਏ, ਦੂਜਿਆਂ ਦੀ ਇੱਜ਼ਤ ਕਰਾਂਗੇ, ਪਿਆਰ ਨਾਲ ਬੁਲਾਵਾਂਗੇ, ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਗਲੇ ਦਾ ਦਿਲ ਉੱਦਾਂ ਹੀ ਸਾਡੇ ਨਾਲ ਜੁੜਦਾ। ਔਰ ਫਿਰ ਇੱਥੇ ਵੀ ਕਹਿਣਾ ਚਾਹਾਂਗੇ ਕਿ ਜਿਹੜਾ ਇਨਸਾਨ ਦੂਜਿਆਂ ਦਾ ਭਲਾ ਕਰਦਾ ਹੈ, ਦੂਜਿਆਂ ਨੂੰ ਪਿਆਰ ਕਰਦਾ ਹੈ, ਦੂਜਿਆਂ ਦੀ ਰਿਸਪੈਕਟ ਕਰਦਾ, ਫਿਰ ਰੱਬ ਦੀ ਰਹਿਮਤ ਵੀ ਉਹਨੂੰ ਹੀ ਮਿਲਦੀ ਹੈ। ਜੇ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ, ਜੇ ਕਿਸੇ ਨੂੰ ਖੁਸ਼ੀ ਨਹੀਂ ਦੇ ਸਕਦੇ, ਕਿਸੇ ਨੂੰ ਤਕਲੀਫ ਵੀ, ਇੰਨਾ ਤਾਂ ਕਰ ਹੀ ਸਕਦੇ ਨੇ ਅਸੀਂ। ਵੀ ਅੱਜ ਤੋਂ ਇੰਨਾ ਹੀ ਕਰ ਲਈਏ। ਵੈਸੇ ਤਾਂ ਇਸ ਤੋਂ ਵੱਧ ਵੀ ਕਰਨਾ ਚਾਹੀਦਾ ਕਿ ਜਿੱਥੇ ਤੱਕ ਜਿੰਨੀ ਕਿ ਸਾਡੇ ਅੰਦਰ ਹਿੰਮਤ ਹੋਵੇ, ਤਾਕਤ ਹੋਵੇ, ਦੂਜਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰੀਏ। ਪਰ ਜੇ ਨਹੀਂ ਕਰ ਸਕਦੇ ਤਾਂ ਫਿਰ ਇੰਨਾ ਵੀ ਕਰੀਏ ਸਾਡੀ ਵਜ੍ਹਾ ਨਾਲ ਕਿਸੇ ਦਾ ਬੁਰਾ ਵੀ ਨਾ ਹੋਵੇ। ਸਮਝਦੇ ਹੋ ਕਿ ਨਹੀਂ? ਹੁਣ ਕਈ ਵਾਰ ਬੰਦਾ ਕਹਿੰਦਾ ਜੀ ਕੀ ਕਰੀਏ ਮਾਲਕੋ, ਅਸੀਂ ਤਾਂ ਕਿਸੇ ਦਾ ਬੁਰਾ ਨਹੀਂ ਕਰਦੇ, ਪਰ ਲੋਕੀ ਪਿੱਠ ਪਿੱਛੇ ਬੜਾ ਬੁਰਾ ਬੋਲਦੇ ਆ, ਲੋਕੀ ਪਿੱਠ ਪਿੱਛੇ ਬੜਾ ਬੁਰਾ ਕਰਦੇ ਆ। ਤਾਂ ਅਸੀਂ ਫਿਰ ਕਹਾਂਗੇ ਪਿੱਠ ਪਿੱਛੇ ਹੀ ਕਰਦੇ ਆ ਨਾ। ਜਿਹੜਾ ਪਿੱਠ ਪਿੱਛੇ ਗੱਲਾਂ ਕਰੇ ਉਹ ਸਾਬਿਤ ਕਰ ਰਿਹਾ ਕਿ ਤੁਸੀਂ ਉਹ ਤੋਂ ਅੱਗੇ ਹੋ ਤਾਂ ਉਹ ਤੁਹਾਡੇ ਪਿੱਛੇ ਹੈ, ਕਿਉਂਕਿ ਜਿਹੜਾ ਪਿੱਠ ਪਿੱਛੇ ਗੱਲਾਂ ਕਰਦਾ ਉਹਦਾ ਮਤਲਬ ਤੁਸੀਂ ਉਹ ਤੁਹਾਡੇ ਪਿੱਛੇ ਹੈ, ਔਰ ਨਾਲੇ ਤੁਸੀਂ ਅੱਗੇ ਹੋ, ਤੁਸੀਂ ਉੱਪਰ ਹੋ, ਤਾਂ ਹੀ ਕੋਈ ਤੁਹਾਡੀ ਗੱਲ ਕਰੇਗਾ। ਤਾਂ ਜੇ ਤੁਸੀਂ ਉਹ ਤੋਂ ਥੱਲੇ ਹੋਵੋ ਤਾਂ ਕਿਸੇ ਨੇ ਆਪਣੇ ਥੱਲੇ ਬਾਰੇ ਕੀ ਗੱਲ ਕਰਨੀ ਹੈ? ਜਰਾ ਆਪ ਸੋਚ ਕੇ ਦੇਖੋ। ਹੁਣ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਹੋ, ਕੋਈ ਸਾਈਕਲ ਤੇ ਜਾਵੇ, ਤੁਹਾਡਾ ਧਿਆਨ ਹੀ ਨਹੀਂ ਜਾਣਾ, ਤਾਂ ਕੋਈ ਤੁਹਾਡੇ ਕੋਲੋਂ ਕਾਰ ਲੈ ਕੇ ਲੰਘ ਜਾਵੇ ਨਾ, ਫਿਰ ਧਿਆਨ ਜਾਣਾ ਕਿ ਹਾਂ ਵੀ ਉਹ ਕੋਈ ਗੱਡੀ ਮੇਰੇ ਕੋ, ਯਾਨੀ ਕੋਈ ਬਿਹਤਰ ਹੁੰਦਾ ਤਾਂ ਹੀ ਉਹਦੀ ਗੱਲ ਕਹਿ ਦਿਓ। ਇਸ ਲਈ ਸ਼ੁਕਰ ਕਰੋ ਜਦੋਂ ਕੋਈ ਤੁਹਾਡੀ ਗੱਲ ਕਰੇ ਤਾਂ ਮਤਲਬ ਉਹ ਸਾਬਿਤ ਕਰ ਰਿਹਾ ਕਿ ਮੈਂ ਉਸ ਤੋਂ ਬਿਹਤਰ, ਮੈਂ ਉਸ ਤੋਂ। ਤਾਂ ਇਹ 'ਚ ਸੜਨ ਦੀ ਗੱਲ ਨਹੀਂ ਹੈ, ਤੇ ਸ਼ੁਕਰ ਕਰਨ ਦੀ ਗੱਲ ਹੈ ਕਿ ਰੱਬਾ ਸ਼ੁਕਰ ਹੈ ਅੱਜ ਇਹ ਗੱਲਾਂ ਕਰ ਰਿਹਾ, ਮੈਨੂੰ ਹੋਰ ਉੱਚਾ ਕਰ ਤਾਂ ਕਿ 10 ਬੰਦੇ ਹੋਰ ਗੱਲਾਂ ਕਰਨ, ਤਾਂ ਕਿ ਪਤਾ ਲੱਗੇ ਉਹ 10 ਤੋਂ ਵੀ ਅੱਗੇ ਜਾ ਰਹੇ ਆ। ਫਿਰ ਇੰਨਾ ਕਰਦੇ 100 ਤੋਂ ਅੱਗੇ ਕਰ ਕਿ 100 ਬੰਦਾ ਗੱਲਾਂ ਕਰੇ, ਉਹ ਮੈਨੂੰ ਇੰਨਾ ਉੱਪਰ ਕਰ ਦੇ, ਇੰਨਾ ਅੱਗੇ ਕਰ ਦੇ ਕਿ ਸਾਰੀ ਦੁਨੀਆ ਗੱਲ ਕਰੇ, ਫਿਰ ਪਤਾ ਲੱਗੇ ਮੈਂ ਦੁਨੀਆ ਤੋਂ। ਸੋ ਸੜਨ ਦੀ ਗੱਲ ਕੀ ਇਹਦੇ 'ਚ? ਪਰ ਨਹੀਂ, ਉਹਨਾਂ ਜੀ ਮੈਨੂੰ ਆਹ ਕਹਿ ਦਿੱਤਾ, ਉਹਨਾਂ ਮੈਨੂੰ ਆਹ ਕਹਿ ਦਿੱਤਾ, ਬੰਦਾ ਸੋਚ ਸੋਚ ਕੇ ਹੀ ਟੈਨਸ਼ਨ ਲੈ ਲੈਂਦਾ ਹੈ। ਸਮਝਦੇ ਹੋ ਕਿ ਨਹੀਂ? ਸੋ ਇਦਾਂ ਦੀਆਂ ਟੈਨਸ਼ਨਾਂ ਨਾ ਲਓ, ਕਿਉਂਕਿ ਅਸੀਂ ਹਮੇਸ਼ਾ ਇੱਕ ਗੱਲ ਕਹੀ ਦੀ ਹੈ ਕਿ ਕੋਈ ਕੀ ਬੋਲ ਰਿਹਾ ਹੈ, ਕੋਈ ਕੀ ਕਰ ਰਿਹਾ ਹੈ, ਉਹਦੀ ਚਿੰਤਾ ਛੱਡੋ, ਤੁਸੀਂ ਇਹਦੇ ਵੱਲ ਧਿਆਨ ਦਿਓ ਕਿ ਮੈਂ ਬਿਹਤਰ ਕੀ, ਮੈਂ ਅੱਛਾ ਕੀ ਕਰ ਸਕਦਾ ਹਾਂ। ਕਿਉਂਕਿ ਜੇ ਤੁਸੀਂ ਅੱਛਾ ਕਰੋਗੇ ਤਾਂ ਤੁਹਾਡੀ ਅੱਛਾਈ ਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਹੈ। ਤਾਂ ਜੇ ਉਹ ਬੁਰਾਈ ਕਰ ਰਿਹਾ ਹੈ, ਤੁਹਾਡੀ ਨਿੰਦਿਆ ਕਰ ਰਿਹਾ, ਤੁਹਾਡੇ ਵਾਸਤੇ ਬੁਰਾ ਕਰ ਰਿਹਾ ਹੈ,
ਤਾਂ ਬੁਰਾ ਕਰ ਕਰਕੇ ਨੁਕਸਾਨ ਵੀ ਉਹ ਆਪਣਾ ਹੀ ਕਰ ਰਿਹਾ, ਤੁਹਾਡਾ ਕੀ ਜਾ ਰਿਹਾ ਹੈ? ਸਮਝ ਆ ਰਹੀ ਕਿ ਨਹੀਂ?